ਸਾਡੇ ਪਿੰਡ ਵਿੱਚ ਦੋ ਵਿਆਹ ਕਰਨ ਦੀ ਪਰੰਪਰਾ ਸੀ। ਜੇਕਰ ਕੋਈ ਦੋ ਵਿਆਹ ਨਹੀਂ ਕਰਦਾ ਤਾਂ ਉਸ ਦੀ ਪਹਿਲੀ ਪਤਨੀ ਗਾਇਬ ਹੋ ਜਾਂਦੀ ਸੀ। ਮੈਂ ਇਸ ਪਰੰਪਰਾ ਨੂੰ ਖਤਮ ਕਰਨਾ ਚਾਹੁੰਦਾ ਸੀ। ਮੈਂ ਵਿਆਹ ਕਰਕੇ ਆਪਣੀ ਪਤਨੀ ਨੂੰ ਸ਼ਹਿਰ ਵਿੱਚ ਸੁਰੱਖਿਅਤ ਜਗ੍ਹਾ 'ਤੇ ਛੱਡ ਆਇਆ ਅਤੇ ਪਿੰਡ ਵਾਲਿਆਂ ਨੂੰ ਆ ਕੇ ਦੱਸਿਆ ਕਿ ਮੇਰੀ ਪਤਨੀ ਗਾਇਬ ਨਹੀਂ ਹੋਵੇਗੀ। ਹੁਣ ਇਹ ਪਰੰਪਰਾ ਖਤਮ ਕਰੋ। ਅਤੇ ਨਾਲ ਹੀ ਮੈਨੂੰ ਪਤਾ ਲੱਗਿਆ ਕਿ ਮੇਰੀ ਪਤਨੀ ਤਾਂ ਚਾਰੇ ਪਾਸੇ ਬਹੁਤ ਭੀੜ ਭਾੜ ਸੀ। ਮੇਰੇ ਪਿੰਡ ਦੇ ਲੜਕਿਆਂ ਨੇ ਕਾਰ ਤੋਂ ਉਤਾਰਿਆ ਤਾਂ ਸਾਹਮਣੇ ਦਾ ਨਜ਼ਾਰਾ ਦੇਖ ਕੇ ਮੈਂ ਘਬਰਾ ਗਿਆ। ਮੈਨੂੰ ਆਉਂਦੇ ਦੇਖ ਲੜਕੇ ਲੜਕੀਆਂ ਭੱਜਦੇ ਹੋਏ ਮੇਰੇ ਵੱਲ ਆਉਣ ਲੱਗੇ ਅਤੇ ਢੋਲ ਵਜਾਉਣ ਵਾਲਿਆਂ ਨੇ ਵੀ ਜ਼ੋਰਾਂ ਨਾਲ ਢੋਲ ਵਜਾਉਣਾ ਸ਼ੁਰੂ ਕਰ ਦਿੱਤਾ। ਕੁਝ ਹੀ ਦੇਰ ਵਿੱਚ ਮੰਮੀ ਪਾਪਾ ਵੀ ਆਉਂਦੇ ਦਿਖਾਈ ਦਿੱਤੇ ਅਤੇ ਮੇਰੀਆਂ ਦੋਨੋਂ ਭੈਣਾਂ ਮੇਰੇ ਉੱਪਰ ਆਫਤ ਬਣ ਕੇ ਟੁੱਟ ਪਈਆਂ। ਮੈਂ ਪੂਰੇ 2 ਸਾਲ ਬਾਅਦ ਆਪਣੀ ਪੜ੍ਹਾਈ ਪੂਰੀ ਕਰਕੇ ਬਾਹਰੋਂ ਆਇਆ ਸੀ। ਮੇਰੇ ਆਉਣ ਦੀ ਖਬਰ ਸੁਣ ਕੇ ਮੇਰੇ ਘਰਦਿਆਂ ਨੇ ਮੇਰੇ ਵਿਆਹ ਦੀ ਤਾਰੀਖ ਰੱਖ ਦਿੱਤੀ ਸੀ, ਕਿਉਂਕਿ ਬਾਹਰ ਜਾਣ ਤੋਂ ਪਹਿਲਾਂ ਮੈਂ ਆਪਣੀ ਪਸੰਦ ਦੀ ਲੜਕੀ ਆਪਣੇ ਮਾਮਾ ਜੀ ਦੇ ਦੋਸਤ ਦੀ ਬੇਟੀ ਨੇਹਾ ਨਾਲ ਮੰਗਣੀ ਕਰਾ ਕੇ ਗਿਆ ਸੀ। ਮੇਰੇ ਘਰ ਵਾਲਿਆਂ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ ਸੀ। ਸਭ ਕੁਝ ਮੇਰੇ ਕਹੇ ਮੁਤਾਬਕ ਹੀ ਤੈਅ ਹੋਇਆ ਸੀ ਕਿ ਮੇਰੇ ਵਾਪਸ ਆਉਣ 'ਤੇ ਹੀ ਵਿਆਹ ਹੋਵੇਗਾ। ਅਤੇ ਜਦੋਂ ਇੱਥੇ ਵਾਪਸ ਆ ਕੇ ਦੇਖਿਆ ਤਾਂ ਇੱਥੇ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸੀ। ਮੈਂ ਸਫ਼ਰ ਤੋਂ ਥੱਕਿਆ ਹੋਇਆ ਸੀ, ਪਰ ਸਾਰੇ ਜਣੇ ਮੇਰੀ ਜਾਨ ਹੀ ਨਹੀਂ ਛੱਡ ਰਹੇ ਸੀ। ਦੁਲਾ ਦੁਲਾ ਕਰਕੇ ਮੇਰੀ ਨੱਕ 'ਚ ਦਮ ਕੀਤਾ ਹੋਇਆ ਸੀ। ਮੰਮੀ ਨੇ ਕਿਹਾ ਹੁਣ ਛੱਡ ਵੀ ਦਿਓ, ਉਸ ਨੂੰ ਆਰਾਮ ਕਰਨ ਦਿਓ, ਕੱਲ੍ਹ ਜੀ ਭਰ ਕੇ ਤੰਗ ਕਰ ਲੈਣਾ। ਉਹਨਾਂ ਦੇ ਕਹਿਣ 'ਤੇ ਸਾਰੇ ਲੋਕ ਭੱਜ ਗਏ ਅਤੇ ਮੈਂ ਸੁੱਖ ਦਾ ਸਾਹ ਲਿਆ ਹੀ ਸੀ ਕਿ ਪਾਪਾ ਕੁਝ ਪਰੇਸ਼ਾਨ ਜਿਹੇ ਕਮਰੇ 'ਚ ਆਉਂਦੇ ਦਿਸੇ। ਉਹਨਾਂ ਨੂੰ ਇਸ ਤਰ੍ਹਾਂ ਦੇਖ ਕੇ ਮੈਂ ਚੌਂਕ ਗਿਆ ਕਿ ਕੁਝ ਦੇਰ ਪਹਿਲਾਂ ਤਾਂ ਉਹ ਬਹੁਤ ਖੁਸ਼ ਸੀ। ਕੀ ਗੱਲ ਹੈ ਪਾਪਾ, ਸਭ ਠੀਕ ਤਾਂ ਹੈ? ਮੈਂ ਪਿਆਰ ਨਾਲ ਪੁੱਛਿਆ, ਪਰ ਪਾਪਾ ਗੱਲ ਨੂੰ ਟਾਲ ਗਏ ਕਿ ਕੁਝ ਨਹੀਂ, ਬਸ ਥੋੜ੍ਹਾ ਜਿਹਾ ਥੱਕ ਗਿਆ ਹਾਂ, ਤੂੰ ਵੀ ਆਰਾਮ ਕਰ ਲੈ, ਸਵੇਰੇ ਗੱਲ ਕਰਦੇ ਹਾਂ। ਕੋਈ ਤਾਂ ਗੱਲ ਸੀ। ਮੈਂ ਪਾਪਾ ਦੇ ਚਿਹਰੇ 'ਤੇ ਪਰੇਸ਼ਾਨੀ ਦੇਖੀ ਸੀ, ਪਰ ਬਿਸਤਰ 'ਤੇ ਲੇਟਦੇ ਹੀ ਮੇਰੀ ਅੱਖ ਲੱਗ ਗਈ। ਸਵੇਰੇ ਮੇਰੀ ਅੱਖ ਕਿਸੇ ਰੌਲੇ ਨਾਲ ਹੀ ਖੁੱਲ੍ਹੀ। ਮੈਂ ਜਲਦੀ ਨਾਲ ਬਾਹਰ ਨਿਕਲਿਆ ਤਾਂ ਦੇਖਿਆ ਮੰਮੀ ਅੱਥਰੂ ਬਹਾਈ ਜਾ ਰਹੀ ਸੀ ਅਤੇ ਪਾਪਾ ਸਿਰ ਫੜ ਕੇ ਬੈਠੇ ਸੀ। ਕੀ ਹੋਇਆ ਪਾਪਾ? ਮੈਂ ਜਲਦੀ ਨਾਲ ਉਹਨਾਂ ਦੇ ਕੋਲ ਜਾ ਕੇ ਪੁੱਛਿਆ। ਮੈਂ ਬਹੁਤ ਪਰੇਸ਼ਾਨ ਹੋਇਆ ਕਿ ਇੱਦਾਂ ਦਾ ਕੀ ਹੋ ਗਿਆ ਸੀ। 2 ਦਿਨ ਬਾਅਦ ਮੇਰਾ ਵਿਆਹ ਸੀ ਅਤੇ ਵਿਆਹ ਵਾਲੇ ਘਰ ਇਹ ਰੋਣ ਦਾ ਮਾਹੌਲ ਕਿਉਂ ਬਣਿਆ ਹੋਇਆ ਸੀ? ਪਾਪਾ ਨੇ ਮੇਰੇ ਮੋਢਿਆਂ 'ਤੇ ਹੱਥ ਰੱਖਿਆ ਤੇ ਬੋਲੇ, ਕੁਝ ਨਹੀਂ ਹੋਇਆ, ਤੂੰ ਪਰੇਸ਼ਾਨ ਨਾ ਹੋ। ਤਾਂ ਅਚਾਨਕ ਮੰਮੀ ਬੋਲੀ, ਕਿੱਦਾਂ ਪਰੇਸ਼ਾਨ ਨਾ ਹੋਵੇ, ਦੱਸ ਦਿਓ ਉਸਨੂੰ ਵੀ ਤਾਂ ਪਤਾ ਚੱਲੇ ਕਿ ਸਰਦਾਰ ਨੇ ਕੀ ਆਦੇਸ਼ ਭਿਜਵਾਇਆ ਹੈ। ਮੰਮੀ ਅੱਥਰੂ ਪੂੰਝਦੀ ਹੋਈ ਬੋਲੀ, ਹੁਣ ਮੈਂ ਸਮਝਿਆ ਕਿ ਨਾ ਜਾਣੇ ਸਰਦਾਰ ਨੇ ਕੀ ਰਾਇਤਾ ਫੈਲਾਇਆ ਸੀ ਕਿ ਮੇਰੇ ਮਾਤਾ ਪਿਤਾ ਇੰਨੇ ਪਰੇਸ਼ਾਨ ਸੀ। ਪਾਪਾ ਨੇ ਮੈਨੂੰ ਅੰਦਰ ਕਮਰੇ ਵਿੱਚ ਚੱਲਣ ਲਈ ਕਿਹਾ ਅਤੇ ਖੁਦ ਵੀ ਮੰਮੀ ਨੂੰ ਚੁੱਪ ਰਹਿਣ ਦਾ ਕਹਿਣ ਲੱਗੇ। ਪਾਪਾ ਨੇ ਮੈਨੂੰ ਜੋ ਕੁਝ ਦੱਸਿਆ ਉਹ ਸੁਣ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ, ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਸਰਦਾਰ ਦਾ ਹੁਕਮ ਹੈ ਕਿ ਤੂੰ ਇੱਕ ਹੀ ਦਿਨ ਵਿੱਚ 2 ਵਿਆਹ ਕਰਵਾਵੇਂਗਾ, ਨਹੀਂ ਤਾਂ ਤੇਰੀ ਪਤਨੀ ਗਾਇਬ ਹੋ ਜਾਵੇਗੀ। ਇਹ ਗੱਲ ਸੁਣ ਕੇ ਮੇਰਾ ਦਿਮਾਗ ਖਰਾਬ ਹੋ ਗਿਆ। ਭਲਾ ਇਹ ਕੀ ਨਿਯਮ ਹੋਇਆ? ਮੈਂ ਸਾਫ਼-ਸਾਫ਼ ਕਹਿ ਦਿੱਤਾ ਕਿ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਅਤੇ ਜਦੋਂ ਮੈਂ ਆਪਣੀ ਪਸੰਦ ਨਾਲ ਵਿਆਹ ਕਰ ਰਿਹਾ ਹਾਂ ਤਾਂ ਦੂਸਰੀ ਲੜਕੀ ਦੀ ਜ਼ਿੰਦਗੀ ਖਰਾਬ ਕਿਉਂ ਕਰਾਂ? ਤੇ ਕੀ ਲੜਕੀਆਂ ਦੇ ਰਿਸ਼ਤੇ ਬਾਜ਼ਾਰ 'ਚ ਮਿਲਦੇ ਨੇ ਜੋ 2 ਪੈਸੇ ਦੇ ਕੇ ਇੱਕ ਹੀ ਦਿਨ ਵਿੱਚ ਦੂਸਰੀ ਦੁਲਹਨ ਲੱਭ ਲਈਏ? ਮੈਨੂੰ ਆਪੇ ਤੋਂ ਬਾਹਰ ਦੇਖ ਕੇ ਪਾਪਾ ਖਾਮੋਸ਼ ਰਹਿਣ ਲਈ ਕਹਿਣ ਲੱਗੇ, ਪਰ ਮੈਂ ਉੱਥੋਂ ਉੱਠ ਕੇ ਆ ਗਿਆ। ਭਲਾ ਇਹ ਕਿੱਦਾਂ ਦਾ ਕਾਨੂੰਨ ਚੱਲ ਰਿਹਾ ਇਸ ਪਿੰਡ ਵਿੱਚ? ਐਦਾਂ ਦੀ ਗੱਲ ਨਾ ਤਾਂ ਅੱਜ ਤੱਕ ਦੇਖੀ ਸੀ ਅਤੇ ਨਾ ਹੀ ਸੁਣੀ ਸੀ। ਮੈਂ ਸੋਚਦਾ ਖੇਤਾਂ ਦੇ ਵੱਲ ਨਿਕਲ ਗਿਆ ਤਾਂ ਕਿ ਤਾਜ਼ਾ ਹਵਾ ਵਿੱਚ ਦਿਮਾਗ ਸਹੀ ਹੋ ਸਕੇ, ਪਰ ਉੱਥੇ ਵੀ ਇਹ ਗੱਲ ਮੇਰਾ ਪਿੱਛਾ ਕਰਦੀ ਰਹੀ। ਸ਼ਾਮ ਨੂੰ ਪਾਪਾ ਨੇ ਵੀ ਫਿਰ ਤੋਂ ਉਹੀ ਗੱਲ ਕੀਤੀ, ਪਰ ਮੈਂ ਤਾਂ ਉਹਨਾਂ ਨੂੰ ਸਾਫ਼-ਸਾਫ਼ ਮਨਾ ਕਰ ਦਿੱਤਾ ਕਿ ਇੱਦਾਂ ਦੀਆਂ ਗੱਲਾਂ ਸੋਚੋ ਵੀ ਨਾ। ਮੈਂ ਨਵੇਂ ਦੌਰ ਦਾ ਲੜਕਾ ਹਾਂ ਤੇ ਇਹਨਾਂ ਸਭ ਗੱਲਾਂ ਨੂੰ ਨਹੀਂ ਮੰਨਦਾ। ਪਰ ਬੇਟਾ, ਸਾਡੀ ਇੱਜ਼ਤ ਦਾ ਸਵਾਲ ਹੈ। ਜੇਕਰ ਤੂੰ ਵਿਆਹ ਨਾ ਕਰਵਾਇਆ ਤਾਂ ਤੇਰੀ ਪਤਨੀ ਗਾਇਬ ਹੋ ਜਾਵੇਗੀ, ਫਿਰ ਅਸੀਂ ਲੋਕਾਂ ਨੂੰ ਕੀ ਮੂੰਹ ਦਿਖਾਵਾਂਗੇ? ਪਾਪਾ ਵੀ ਸਰਦਾਰ ਦੀਆਂ ਗੱਲਾਂ ਵਿੱਚ ਆ ਗਏ ਸੀ। ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ ਕਿ ਮੈਂ ਵਿਆਹ ਹੁੰਦੇ ਹੀ ਨੇਹਾ ਨੂੰ ਇੱਥੋਂ ਦੂਰ ਲੈ ਜਾਵਾਂਗਾ, ਜਿੱਥੇ ਉਹ ਸੁਰੱਖਿਅਤ ਹੋਵੇਗੀ। ਫਿਰ ਤਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਵੇਗੀ। ਮੇਰੀ ਗੱਲ 'ਤੇ ਪਾਪਾ ਸ਼ਾਂਤ ਹੋ ਗਏ ਸੀ। ਰਾਤੀ ਮਾਂ ਨੇ ਦੱਸਿਆ ਕਿ 15 ਸਾਲ ਪਹਿਲਾਂ ਇਹ ਪਰੰਪਰਾ ਇਸ ਪਿੰਡ ਵਿੱਚ ਸ਼ੁਰੂ ਹੋਈ ਸੀ ਕਿ ਜੋ ਵਿਅਕਤੀ 2 ਵਿਆਹ ਨਹੀਂ ਕਰਦਾ ਸੀ ਉਸ ਦੀ ਪਤਨੀ ਗਾਇਬ ਹੋ ਜਾਂਦੀ ਸੀ। 1-2 ਲੋਕਾਂ ਨਾਲ ਇਹ ਹਾਦਸਾ ਹੋ ਚੁੱਕਿਆ ਸੀ। ਉਦੋਂ ਤੋਂ ਹਰ ਕੋਈ 2 ਵਿਆਹ ਹੀ ਕਰਦਾ ਹੈ, ਨਹੀਂ ਤਾਂ ਇੱਕ ਪਤਨੀ ਵੀ ਨਹੀਂ ਮਿਲਦੀ, ਕਿਉਂਕਿ ਉਹ ਗਾਇਬ ਹੋ ਜਾਂਦੀ ਸੀ। ਅਤੇ ਸਾਰੀਆਂ ਲੜਕੀਆਂ ਦੇ ਮਾਤਾ ਪਿਤਾ ਵੀ
ਇਹ ਕੜਵਾ ਘੁੱਟ ਪੀਣ ਲਈ ਤਿਆਰ ਸੀ। ਮੈਨੂੰ ਸਾਫ਼-ਸਾਫ਼ ਲੱਗ ਰਿਹਾ ਸੀ ਕਿ ਮੰਮੀ ਪਾਪਾ ਮੇਰੇ ਕੋਲੋਂ ਸੱਚਾਈ ਲੁਕੋ ਰਹੇ ਹਨ, ਪਰ ਮੈਂ ਉਹਨਾਂ ਨੂੰ ਅਹਿਸਾਸ ਨਾ ਹੋਣ ਦਿੱਤਾ ਅਤੇ ਕਹਿ ਦਿੱਤਾ ਕਿ ਮੈਨੂੰ ਇਸ ਮਾਮਲੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈ। ਪਰ ਮੈਂ ਇਸ ਗੱਲ ਦੀ ਜੜ ਤੱਕ ਪਹੁੰਚਣਾ ਚਾਹੁੰਦਾ ਸੀ ਕਿ ਆਖਿਰ ਇਹ ਸਿਲਸਿਲਾ ਕਿੱਦਾਂ ਅਤੇ ਕਦੋਂ ਸ਼ੁਰੂ ਹੋਇਆ, ਕਿਉਂਕਿ ਮੈਂ ਪੜ੍ਹਾਈ ਦੀ ਵਜ੍ਹਾ ਨਾਲ ਹਮੇਸ਼ਾ ਪਿੰਡ ਤੋਂ ਦੂਰ ਹੀ ਰਿਹਾ। ਪਾਪਾ ਨੇ ਕਾਲਜ ਦੇ ਸਮੇਂ ਤੋਂ ਹੀ ਸ਼ਹਿਰ ਭੇਜ ਦਿੱਤਾ ਸੀ, ਜਿੱਥੇ ਮੈਂ ਹੋਸਟਲ ਵਿੱਚ ਰਹਿੰਦਾ ਸੀ। ਪਾਪਾ ਦੀ ਚੰਗੀ ਭਲੀ ਜ਼ਮੀਨ ਸੀ ਅਤੇ ਆਪਣੇ ਅੰਬ ਦੇ ਵੀ ਬਾਗ ਸੀ। ਅਸੀਂ ਪਿੰਡ ਦੇ ਸਰਦਾਰ ਨਹੀਂ ਸੀ, ਪਰ ਉਹਨਾਂ ਨਾਲੋਂ ਘੱਟ ਵੀ ਨਹੀਂ ਸੀ ਅਤੇ ਪਿੰਡ ਵਿੱਚ ਹੋਰ ਵੀ ਲੋਕ ਸੀ ਜੋ ਚੰਗੇ ਭਲੇ ਅਮੀਰ ਸੀ। ਪਰ ਸਾਡੇ ਪਿੰਡ ਵਿੱਚ ਸਰਦਾਰਾਂ ਦੀ ਆਪਣੀ ਇੱਕ ਇੱਜ਼ਤ ਹੁੰਦੀ ਸੀ, ਕਿਉਂਕਿ ਜਦੋਂ ਵੀ ਪਿੰਡ ਵਿੱਚ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਤਾਂ ਸਰਦਾਰ ਹੀ ਉਸ ਨੂੰ ਹੱਲ ਕਰਦੇ ਸੀ। ਉਹ ਹਰ ਚੰਗੇ ਬੁਰੇ ਵਕਤ ਵਿੱਚ ਪਿੰਡ ਵਾਲਿਆਂ ਦਾ ਸਾਥ ਦਿੰਦੇ ਸੀ ਅਤੇ ਸਾਨੂੰ ਵੀ ਉਹਨਾਂ ਦੀ ਹਰ ਗੱਲ ਮੰਨਣੀ ਪੈਂਦੀ ਸੀ। ਪਰ ਇਹ 2 ਵਿਆਹ ਕਰਨ ਵਾਲੀ ਗੱਲ ਮੰਨਣ ਨੂੰ ਮੈਂ ਬਿਲਕੁਲ ਵੀ ਤਿਆਰ ਨਹੀਂ ਸੀ। ਵਿਆਹ ਦੀਆਂ ਤਿਆਰੀਆਂ ਪੂਰੇ ਜ਼ੋਰਾਂ 'ਤੇ ਸੀ ਅਤੇ ਆਖਿਰ ਉਹ ਦਿਨ ਵੀ ਆ ਗਿਆ ਜਿਸ ਦਾ ਮੈਨੂੰ ਇੰਤਜ਼ਾਰ ਸੀ। ਨੇਹਾ ਮੈਨੂੰ ਉਸ ਸਮੇਂ ਤੋਂ ਪਸੰਦ ਸੀ ਜਦੋਂ ਮੈਂ ਕਾਲਜ ਵਿੱਚ ਸੀ। ਉਹ ਕਦੀ-ਕਦਾਈ ਮੇਰੇ ਕੋਲ ਪੜ੍ਹਨ ਲਈ ਆਇਆ ਕਰਦੀ ਸੀ ਅਤੇ ਉਹਨਾਂ ਦਿਨਾਂ ਵਿੱਚ ਹੀ ਮੈਨੂੰ ਨੇਹਾ ਨਾਲ ਪਿਆਰ ਹੋ ਗਿਆ ਅਤੇ ਅੱਜ ਉਹ ਵਕਤ ਵੀ ਆ ਗਿਆ ਜਦੋਂ ਮੈਂ ਆਪਣੀ ਮੁਹੱਬਤ ਨੂੰ ਪਾਉਣ ਵਾਲਾ ਸੀ। ਪਰ ਮੇਰੀ ਖੁਸ਼ੀ ਵਿੱਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਸ ਦੀ ਵਜ੍ਹਾ ਨਾਲ ਮੈਂ ਬਹੁਤ ਪਰੇਸ਼ਾਨ ਸੀ। ਵਿਆਹ ਵਾਲੇ ਦਿਨ ਮੈਨੂੰ ਐਦਾਂ ਲੱਗਾ ਜਿੱਦਾਂ ਕੁਝ ਸ਼ੱਕੀ ਲੋਕ ਵਿਆਹ ਵਿੱਚ ਸ਼ਾਮਲ ਸੀ। ਸ਼ਾਇਦ ਉਹ ਸਰਦਾਰ ਦੇ ਵੱਲੋਂ ਪਹਿਰੇਦਾਰ ਸੀ। ਕਿਉਂਕਿ ਮੈਂ ਦੂਸਰੇ ਵਿਆਹ ਤੋਂ ਮਨਾ ਕਰ ਦਿੱਤਾ ਸੀ ਤਾਂ ਉਹਨਾਂ ਨੂੰ ਡਰ ਸੀ ਕਿ ਕਿਤੇ ਮੇਰੀ ਪਤਨੀ ਗਾਇਬ ਨਾ ਹੋ ਜਾਵੇ। ਪਰ ਮੈਂ ਆਪਣੀ ਸੋਚੀ ਸਮਝੀ ਪਲੈਨਿੰਗ ਦੇ ਨਾਲ ਵਿਆਹ ਹੁੰਦੇ ਹੀ ਜਦੋਂ ਦੁਲਹਨ ਨੂੰ ਮੇਰੀ ਗੱਡੀ ਵਿੱਚ ਬਿਠਾਇਆ ਗਿਆ ਤਾਂ ਮੈਂ ਬਹਾਨੇ ਨਾਲ ਕਾਰ ਰੋਕੀ ਅਤੇ ਲੁਕਦੇ ਲੁਕਾਉਂਦੇ ਹੋਏ ਨੇਹਾ ਨੂੰ ਲੈ ਕੇ ਦੂਸਰੀ ਗੱਡੀ ਵਿੱਚ ਬੈਠ ਗਿਆ, ਜੋ ਮੇਰੇ ਖਾਸ ਦੋਸਤਾਂ ਸਾਡੇ ਲਈ ਖੜੀ ਕੀਤੀ ਸੀ। ਮੇਰਾ ਦੋਸਤ ਰਾਜ ਅਤੇ ਹਰੀਸ਼ ਕਦੋਂ ਤੋਂ ਸਾਡਾ ਇੰਤਜ਼ਾਰ ਕਰ ਰਹੇ ਸੀ। ਜਿੱਦਾਂ ਹੀ ਅਸੀਂ ਕਾਰ ਵਿੱਚ ਬੈਠੇ, ਰਾਜ ਨੇ ਤੇਜ਼ ਰਫ਼ਤਾਰ ਨਾਲ ਗੱਡੀ ਚਲਾਈ ਅਤੇ ਅਸੀਂ ਸ਼ਹਿਰ ਦੇ ਵੱਲ ਜਾ ਰਹੇ ਸੀ। ਨੇਹਾ ਨੂੰ ਮੈਂ ਪਹਿਲਾਂ ਹੀ ਸਭ ਕੁਝ ਦੱਸ ਚੁੱਕਿਆ ਸੀ। ਉਹ ਕਾਫੀ ਪਰੇਸ਼ਾਨ ਹੋ ਚੁੱਕੀ ਸੀ। ਕਾਫੀ ਦੂਰ ਨਿਕਲਣ ਤੋਂ ਬਾਅਦ ਅਸੀਂ ਬੇਫਿਕਰ ਹੋ ਚੁੱਕੇ ਸੀ ਕਿ ਹੁਣ ਸਾਡਾ ਕੋਈ ਪਿੱਛਾ ਨਹੀਂ ਕਰ ਰਿਹਾ। ਅਸੀਂ ਸਾਰੀ ਰਾਤ ਸਫ਼ਰ ਕੀਤਾ ਅਤੇ ਸਵੇਰ ਤੱਕ ਅਸੀਂ ਸ਼ਹਿਰ ਪਹੁੰਚ ਚੁੱਕੇ ਸੀ। ਇਹ ਇੱਕ ਅਨੋਖਾ ਵਿਆਹ ਸੀ ਕਿ ਦੁਲਹੇ ਨੇ ਆਪਣੀ ਹੀ ਦੁਲਹਨ ਨੂੰ ਭਜਾਇਆ, ਪਰ ਇਹ ਸਭ ਕਰਨਾ ਮੇਰੀ ਮਜਬੂਰੀ ਸੀ। ਜੇਕਰ ਮੈਂ ਇੱਦਾਂ ਨਾ ਕਰਦਾ ਤਾਂ ਹਮੇਸ਼ਾ ਇਹੀ ਪਰੰਪਰਾ ਸਾਡੇ ਪਿੰਡ ਵਿੱਚ ਰਹਿੰਦੀ ਅਤੇ ਮੈਂ ਇਸ ਨੂੰ ਖਤਮ ਕਰਨਾ ਚਾਹੁੰਦਾ ਸੀ। ਮੈਂ ਨੇਹਾ ਨੂੰ ਇੱਥੇ ਸੁਰੱਖਿਅਤ ਜਗ੍ਹਾ 'ਤੇ ਛੱਡ ਕੇ ਦੂਸਰੇ ਦਿਨ ਆਪਣੇ ਪਿੰਡ ਵਾਪਸ ਚਲਾ ਗਿਆ, ਕਿਉਂਕਿ ਮੈਂ ਇਹ ਸਾਬਤ ਕਰਨਾ ਚਾਹੁੰਦਾ ਸੀ ਕਿ ਇਹ ਸਿਰਫ ਇੱਕ ਵਹਿਮ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਇਸ ਰਸਮ ਨੂੰ ਇੱਥੇ ਹੀ ਖਤਮ ਕਰਕੇ ਦਫਨਾ ਦਿੱਤਾ ਜਾਵੇ। ਪਰ ਸ਼ਾਇਦ ਇਹ ਮੇਰੀ ਭੁੱਲ ਸੀ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੇ ਨਾਲ ਕੀ ਹੋਣ ਜਾ ਰਿਹਾ ਸੀ। ਜਦੋਂ ਦੂਸਰੇ ਦਿਨ ਮੈਂ ਨੇਹਾ ਨੂੰ ਉੱਥੇ ਛੱਡ ਕੇ ਵਾਪਸ ਪਿੰਡ ਆਇਆ, ਉੱਥੇ ਮੰਮੀ ਪਾਪਾ ਮੇਰਾ ਇੰਤਜ਼ਾਰ ਕਰ ਰਹੇ ਸੀ। ਲੰਬੇ ਸਫ਼ਰ ਨੇ ਮੈਨੂੰ ਕਾਫੀ ਥਕਾ ਦਿੱਤਾ ਸੀ, ਪਰ ਮੈਂ ਖੁਸ਼ ਸੀ ਕਿ ਨੇਹਾ ਮਹਿਫੂਜ਼ ਸੀ। ਮੈਂ ਸ਼ਾਮ ਹੁੰਦੇ ਹੀ ਸਾਰੇ ਘਰ ਵਾਲਿਆਂ ਨੂੰ ਇਕੱਠੇ ਬਿਠਾਇਆ ਅਤੇ ਸਮਝਾਇਆ ਕਿ ਹੁਣ ਤਾਂ ਤੁਹਾਨੂੰ ਯਕੀਨ ਹੋ ਗਿਆ ਕਿ ਇਹ ਸਭ ਝੂਠ ਹੈ ਜੋ ਲੋਕਾਂ ਨੇ ਫੈਲਾਇਆ ਹੈ। ਅੱਜ ਤੋਂ ਬਾਅਦ ਇਸ ਉੱਪਰ ਕੋਈ ਯਕੀਨ ਨਹੀਂ ਕਰੇਗਾ। ਅਜੇ ਮੈਂ ਇਹ ਸਭ ਗੱਲਾਂ ਕਰ ਹੀ ਰਿਹਾ ਸੀ ਕਿ ਪਿੰਡ ਦੇ ਕੁਝ ਲੋਕ ਮੈਨੂੰ ਮਿਲਣ ਆ ਗਏ। ਅਸਲ ਵਿੱਚ ਉਹਨਾਂ ਦਾ ਮਕਸਦ ਇਹ ਜਾਣਨਾ ਸੀ ਕਿ ਮੇਰੀ ਪਤਨੀ ਅਜੇ ਵੀ ਮੇਰੇ ਕੋਲ ਹੈ ਜਾਂ ਗਾਇਬ ਹੋ ਗਈ ਹੈ। ਮੈਂ ਉਹਨਾਂ ਸਾਰਿਆਂ ਨੂੰ ਦੱਸਿਆ ਕਿ ਇੱਦਾਂ ਦਾ ਕੁਝ ਨਹੀਂ ਹੈ। ਨੇਹਾ ਸੁਰੱਖਿਅਤ ਹੈ ਅਤੇ ਮੈਂ ਇਸ ਰਸਮ ਨੂੰ ਖਤਮ ਕਰਨਾ ਚਾਹੁੰਦਾ ਹਾਂ। ਉੱਥੇ ਬੈਠਿਆ ਇੱਕ ਸ਼ਖਸ ਨੇ ਪੁੱਛਿਆ, ਅਸੀਂ ਕਿੱਦਾਂ ਮੰਨ ਲਈਏ ਕਿ ਉਹ ਸੁਰੱਖਿਅਤ ਹੈ? ਉਹਨਾਂ ਦੀ ਗੱਲ 'ਤੇ ਮੈਂ ਆਪਣਾ ਫ਼ੋਨ ਕੱਢਿਆ ਅਤੇ ਉਸੇ ਸਮੇਂ ਨੇਹਾ ਨੂੰ ਫ਼ੋਨ ਮਿਲਾ ਦਿੱਤਾ, ਪਰ ਉਸਦਾ ਫ਼ੋਨ ਬੰਦ ਆ ਰਿਹਾ ਸੀ। ਸਾਹਮਣੇ ਸਾਰੇ ਲੋਕ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖ ਰਹੇ ਸੀ। ਮੈਂ ਵਾਰ-ਵਾਰ ਫ਼ੋਨ ਕਰੀ ਜਾ ਰਿਹਾ ਸੀ, ਪਰ ਫ਼ੋਨ ਬੰਦ ਆ ਰਿਹਾ ਸੀ। ਹੁਣ ਮੈਨੂੰ ਚਿੰਤਾ ਹੋਣ ਲੱਗ ਪਈ ਸੀ। ਮੇਰੇ ਮੱਥੇ ਤੋਂ ਪਸੀਨਾ ਨਿਕਲਣ ਲੱਗਾ, ਦਿਲ ਦੀ ਧੜਕਣ ਵਧਣ ਲੱਗ ਪਈ ਸੀ। ਇਹ ਰੱਬਾ, ਇਹ ਸਭ ਕੀ ਹੋ ਰਿਹਾ ਹੈ? ਨਾ ਜਾਣੇ ਮੈਨੂੰ ਇਹ ਕਿਉਂ ਮਹਿਸੂਸ ਹੋ ਰਿਹਾ ਸੀ ਕਿ ਨੇਹਾ ਖਤਰੇ ਵਿੱਚ ਹੈ। ਉੱਥੇ ਬੈਠੇ ਲੋਕਾਂ ਨੇ ਮੇਰੇ ਉੱਪਰ ਚੀਕਣਾ ਸ਼ੁਰੂ ਕਰ ਦਿੱਤਾ ਕਿ ਅਸੀਂ ਤਾਂ ਪਹਿਲਾਂ ਹੀ ਕਿਹਾ ਸੀ, ਪਰ ਤੂੰ ਨਾ ਮੰਨਿਆ। ਉਹਨਾਂ ਦੀਆਂ ਗੱਲਾਂ ਸੁਣ ਕੇ ਮੈਨੂੰ ਘਬਰਾਹਟ ਹੋਣ ਲੱਗ ਪਈ ਤੇ ਮੈਂ ਬਾਹਰ ਆ ਗਿਆ। ਮੈਂ ਜਲਦੀ ਨਾਲ ਰਾਜ ਨੂੰ ਫ਼ੋਨ ਕੀਤਾ ਤਾਂ ਉਸਨੇ ਦੱਸਿਆ ਕਿ ਰਾਤੀ ਅਚਾਨਕ ਉਸਦੀ ਤਬੀਅਤ ਖਰਾਬ ਹੋ ਗਈ ਸੀ ਤੇ ਉਹ ਆਪਣੇ ਘਰ ਵਾਪਸ ਆ ਗਿਆ ਸੀ, ਜਦਕਿ ਨੇਹਾ ਦੀ ਦੇਖਭਾਲ ਲਈ ਮੈਂ ਆਪਣੇ ਖਾਸ 2 ਨੌਕਰਾਂ ਨੂੰ ਲਗਾਇਆ ਸੀ। ਮੈਂ ਰਾਜ ਨੂੰ ਕਿਹਾ, ਰਾਜ, ਤੈਨੂੰ ਨੇਹਾ ਨੂੰ ਇਕੱਲਿਆਂ ਨਹੀਂ ਛੱਡਣਾ ਚਾਹੀਦਾ ਸੀ। ਮੈਂ ਜਲਦੀ ਨਾਲ ਉਸਦਾ ਫ਼ੋਨ ਕੱਟਿਆ ਤੇ ਉਸੇ ਸਮੇਂ ਸ਼ਹਿਰ ਦੇ ਲਈ ਨਿਕਲ ਪਿਆ।
ਮੇਰੇ ਮਨ ਵਿੱਚ ਬਹੁਤ ਅਜੀਬ-ਅਜੀਬ ਖਿਆਲ ਆ ਰਹੇ ਸੀ ਕਿ ਪਤਾ ਨਹੀਂ ਨੇਹਾ ਕਿਸ ਹਾਲ ਵਿੱਚ ਹੋਵੇਗੀ। ਜਿੱਦਾਂ ਹੀ ਮੈਂ ਸ਼ਹਿਰ ਪਹੁੰਚਿਆ ਤਾਂ ਮੈਨੂੰ ਰਾਜ ਨੇ ਦੱਸਿਆ ਕਿ ਨੇਹਾ ਦੇ ਨਾਲ-ਨਾਲ ਉਹ ਦੋਨੋਂ ਨੌਕਰ ਵੀ ਗਾਇਬ ਹਨ। ਅਜੀਬ ਜਿਹੀ ਬੇਵਸੀ ਸੀ। ਮੈਂ ਪੁਲਿਸ ਨੂੰ ਵੀ ਨਹੀਂ ਦੱਸ ਸਕਦਾ ਸੀ, ਪਰ ਜਾਣ ਤੋਂ ਪਹਿਲਾਂ ਮੈਂ ਸਾਰਾ ਬੰਦੋਬਸਤ ਕਰਕੇ ਗਿਆ ਸੀ ਕਿ ਜੇਕਰ ਨੇਹਾ ਨੂੰ ਉੱਥੋਂ ਗਾਇਬ ਕੀਤਾ ਜਾਂਦਾ ਹੈ ਤਾਂ ਮੈਨੂੰ ਪਤਾ ਲੱਗ ਸਕੇ ਕਿ ਉਹ ਕਿੱਥੇ ਹੈ। ਪਰ ਇਹ ਗੱਲ ਮੈਂ ਸਾਰਿਆਂ ਤੋਂ ਲੁਕੋ ਕੇ ਰੱਖੀ ਸੀ, ਆਪਣੇ ਦੋਸਤਾਂ ਨੂੰ ਵੀ ਨਹੀਂ ਦੱਸਿਆ ਸੀ, ਕਿਉਂਕਿ ਹੋ ਸਕਦਾ ਸੀ ਕਿ ਕੋਈ ਵੀ ਇਸ ਅਹਿਮ ਗੱਲ ਨੂੰ ਕਿਸੇ ਦੇ ਸਾਹਮਣੇ ਬੋਲ ਸਕਦਾ ਸੀ ਅਤੇ ਨੇਹਾ ਨੂੰ ਗਾਇਬ ਕਰਨ ਵਾਲੇ ਲੋਕ ਚੁਕੰਨੇ ਹੋ ਜਾਂਦੇ। ਮੈਂ ਜਲਦੀ ਨਾਲ ਆਪਣਾ ਫੋਨ ਕੱਢਿਆ ਅਤੇ ਇਕੱਲਿਆਂ ਵਿੱਚ ਜਾ ਕੇ ਇੱਕ ਨੰਬਰ ਡਾਇਲ ਕੀਤਾ। ਕੁਝ ਹੀ ਦੇਰ ਬਾਅਦ ਮੇਰੀ ਕਾਲ ਰਿਸੀਵ ਕਰ ਲਈ ਗਈ ਸੀ ਅਤੇ ਹੁਣ ਮੇਰਾ ਦਿਲ ਬਹੁਤ ਜ਼ੋਰ-ਜ਼ੋਰ ਦੀ ਧੜਕ ਰਿਹਾ ਸੀ ਕਿ ਅੱਗਿਓਂ ਕੀ ਜਵਾਬ ਮਿਲੇਗਾ। ਮੇਰੀ ਫ਼ੋਨ ਦੇ ਜਵਾਬ ਵਿੱਚ ਸਿਰਫ ਖਾਮੋਸ਼ੀ ਸੀ ਅਤੇ ਬਸ 2 ਮਿੰਟ ਵਿੱਚ ਹੀ ਇੱਕ ਮੈਸੇਜ ਮੈਨੂੰ ਮਿਲਿਆ। ਉਹ ਲਾਈਵ ਲੋਕੇਸ਼ਨ ਸੀ। ਮੇਰਾ ਦਿਲ ਘਬਰਾ ਰਿਹਾ ਸੀ। ਮੈਂ ਰਾਜ ਅਤੇ ਹਰੀਸ਼ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਅਤੇ ਅਸੀਂ ਉੱਥੋਂ ਨਿਕਲ ਆਏ। ਮੈਂ ਉਸੇ ਸਾਈਡ ਜਾ ਰਿਹਾ ਸੀ ਜਿੱਥੇ ਮੈਨੂੰ ਲੋਕੇਸ਼ਨ ਲੈ ਕੇ ਜਾ ਰਹੀ ਸੀ। ਫਿਲਹਾਲ ਹਰੀਸ਼ ਅਤੇ ਰਾਜ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਸੀ। ਕਾਫੀ ਦੂਰ ਜਾਣ ਤੋਂ ਬਾਅਦ ਸਾਨੂੰ ਇੱਕ ਸੁੰਨਸਾਨ ਜਗ੍ਹਾ ਨਜ਼ਰ ਆਈ ਜਿੱਥੇ ਦੂਰ-ਦੂਰ ਤੱਕ ਕੋਈ ਆਬਾਦੀ ਨਜ਼ਰ ਨਹੀਂ ਆ ਰਹੀ ਸੀ। ਹੁਣ ਮੈਂ ਫੈਸਲਾ ਕਰ ਲਿਆ ਸੀ ਕਿ ਹੁਣ ਮੈਨੂੰ ਪੁਲਿਸ ਦੀ ਮਦਦ ਦੀ ਜ਼ਰੂਰਤ ਹੈ। ਮੈਂ ਆਪਣੇ ਇੱਕ ਕਰੀਬੀ ਦੋਸਤ ਨੂੰ ਫ਼ੋਨ ਕੀਤਾ ਜੋ ਹਾਲ ਹੀ ਵਿੱਚ ASP ਬਣਿਆ ਸੀ। ਮੈਂ ਉਸ ਨੂੰ ਆਪਣੀ ਪਰੇਸ਼ਾਨੀ ਦੱਸੀ ਅਤੇ ਆਪਣੀ ਲੋਕੇਸ਼ਨ ਸੈਂਡ ਕੀਤੀ ਕਿ ਇਸ ਇਲਾਕੇ ਦੇ SHO ਦੀ ਮਦਦ ਚਾਹੀਦੀ ਹੈ। ਉਸਨੇ ਮੈਨੂੰ ਯਕੀਨ ਦਿਲਾਇਆ ਕਿ ਤੂੰ ਬੇਫਿਕਰ ਰਹਿ, ਮੈਂ ਭੇਜਦਾ ਹਾਂ। ਤਕਰੀਬਨ ਅੱਧਾ ਘੰਟਾ ਅਸੀਂ ਉੱਥੇ ਇੰਤਜ਼ਾਰ ਕਰਦੇ ਰਹੇ। ਜਿੱਦਾਂ ਹੀ ਪੁਲਿਸ ਆਈ ਅਸੀਂ ਸਾਰਾ ਕਿੱਸਾ ਉਹਨਾਂ ਨੂੰ ਦੱਸ ਦਿੱਤਾ ਅਤੇ ਇਹ ਵੀ ਦੱਸਿਆ ਕਿ ਇਹ ਲੋਕੇਸ਼ਨ ਮਿਲੀ ਹੈ। ਉਹ ਸਾਡੀ ਮਦਦ ਦੇ ਲਈ ਤਿਆਰ ਹੋ ਗਏ ਅਤੇ ਅਸੀਂ ਉਸੇ ਪਾਸੇ ਚੱਲ ਪਏ ਜਿੱਥੋਂ ਦੇ ਸਿਗਨਲ ਆ ਰਹੇ ਸੀ। ਦਰਅਸਲ ਮੈਂ ਇੱਕ ਪ੍ਰਾਈਵੇਟ ਜਾਸੂਸ ਦੀ ਏਜੰਸੀ ਦੇ 2 ਬੰਦੇ ਹਾਇਰ ਕੀਤੇ ਸੀ ਤਾਂ ਕਿ ਜੇਕਰ ਕੋਈ ਨੇਹਾ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਉਹਨਾਂ ਦਾ ਪਿੱਛਾ ਕਰਨ, ਅਤੇ ਅੱਜ ਉਹਨਾਂ ਦੀ ਬਦੌਲਤ ਹੀ ਮੈਂ ਇਸ ਜਗ੍ਹਾ ਤੇ ਪਹੁੰਚ ਪਾਇਆ ਸੀ। ਇਸ ਇਲਾਕੇ ਵਿੱਚ ਕਾਫੀ ਦੂਰ ਜਾਣ ਤੋਂ ਬਾਅਦ ਇੱਕ ਪੁਰਾਣੀ ਬਿਲਡਿੰਗ ਨਜ਼ਰ ਆਈ ਜੋ ਇੱਕ ਗੋਦਾਮ ਸੀ ਜਿੱਥੇ ਕਣਕ ਰੱਖੀ ਜਾਂਦੀ ਸੀ। ਅਸੀਂ ਜਿੱਦਾਂ ਹੀ ਉੱਥੇ ਪਹੁੰਚੇ ਸਾਨੂੰ ਦੇਖ ਕੇ ਇੱਕ ਆਦਮੀ ਨੇ ਭੱਜਣਾ ਸ਼ੁਰੂ ਕਰ ਦਿੱਤਾ, ਪਰ ਪੁਲਿਸ ਨੇ ਜਲਦੀ ਹੀ ਉਸ ਨੂੰ ਦਬੋਚ ਲਿਆ। ਅਸੀਂ ਸਭ ਲੋਕ ਅੰਦਰ ਪਹੁੰਚੇ ਤਾਂ ਉੱਥੇ ਇੱਕ ਕੋਨੇ ਵਿੱਚ ਨੇਹਾ ਬੈਠੀ ਹੋਈ ਸੀ ਜਿਸ ਦੇ ਹੱਥ ਪੈਰ ਰੱਸੀਆਂ ਨਾਲ ਬੰਨੇ ਹੋਏ ਸੀ। ਮੈਂ ਜਲਦੀ ਨਾਲ ਉਸ ਦੀਆਂ ਰੱਸੀਆਂ ਖੋਲ੍ਹੀਆਂ ਅਤੇ ਉਸ ਨੂੰ ਤਸੱਲੀ ਦਿੱਤੀ। ਉਹ ਮੈਨੂੰ ਦੇਖ ਕੇ ਰੋਣ ਲੱਗ ਪਈ। ਉਸ ਦੇ ਮਹਿੰਦੀ ਲੱਗੇ ਹੱਥਾਂ 'ਤੇ ਜ਼ਖਮ ਪੈ ਚੁੱਕੇ ਸੀ। ਮੈਂ ਨੇਹਾ ਨਾਲ ਵਾਅਦਾ ਕੀਤਾ ਕਿ ਜਿਸਨੇ ਵੀ ਤੇਰੇ ਨਾਲ ਇੱਦਾਂ ਕੀਤਾ ਹੈ ਮੈਂ ਉਸ ਨੂੰ ਸਜ਼ਾ ਦਿਲਵਾ ਕੇ ਰਹਾਂਗਾ। ਉੱਥੇ ਟੋਟਲ 4 ਲੋਕ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਅਸੀਂ ਸਭ ਥਾਣੇ ਆ ਗਏ। ਉੱਥੇ ਪੁਲਿਸ ਨੇ ਉਹਨਾਂ 4 ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕੀਤੀ ਕਿ ਕਿਸ ਦੇ ਕਹਿਣ 'ਤੇ ਤੁਸੀਂ ਲੋਕਾਂ ਨੇ ਇਹ ਸਭ ਕੀਤਾ। ਫਿਰ ਉਹਨਾਂ ਨੇ ਕੰਬਦੇ ਹੋਇਆਂ ਨੇ ਜੋ ਨਾਮ ਲਿਆ ਉਹ ਸੁਣ ਕੇ ਮੇਰੇ ਹੋਸ਼ ਉੱਡ ਗਏ। ਮੈਂ ਕਿਹਾ ਇਹ ਸਭ ਲੋਕ ਝੂਠ ਬੋਲ ਰਹੇ ਹਨ, ਭਲਾ ਇਹ ਕਿੱਦਾਂ ਹੋ ਸਕਦਾ ਹੈ? ਪਰ ਉਹ ਸਭ ਆਪਣੀ ਗੱਲ 'ਤੇ ਡਟੇ ਰਹੇ ਕਿ ਅਸੀਂ ਇਹ ਸਭ ਸਰਦਾਰ ਦੇ ਕਹਿਣ 'ਤੇ ਹੀ ਕੀਤਾ। ਮੈਂ ਹੈਰਾਨ ਸੀ ਕਿ ਐਦਾਂ ਕਿੱਦਾਂ ਹੋ ਸਕਦਾ ਸੀ। ਉਹ ਸਾਡੇ ਸਰਦਾਰ ਸੀ, ਸਾਡੀਆਂ ਨੂੰਹਾਂ ਧੀਆਂ ਦੀ ਇੱਜ਼ਤ ਦਾ ਖਿਆਲ ਰੱਖਦੇ ਨੇ ਅਤੇ ਫਿਰ ਉਹ ਐਦਾਂ ਕਿਸੇ ਲੜਕੀ ਨੂੰ ਅਗਵਾ ਕਿੱਦਾਂ ਕਰਵਾ ਸਕਦੇ ਸਨ? ਕੋਈ ਗੱਲ ਤਾਂ ਸੀ। ਆਖਿਰ ਐਦਾਂ ਦਾ ਕੀ ਰਾਜ ਸੀ ਜੋ ਸਰਦਾਰ ਨੇ ਇਹ ਕਦਮ ਚੁੱਕਿਆ? ਹੁਣ ਮੈਨੂੰ ਇਸ ਗੱਲ ਦੀ ਜੜ ਤੱਕ ਪਹੁੰਚਣਾ ਸੀ ਅਤੇ ਇਸ ਸਵਾਲ ਦਾ ਜਵਾਬ ਖੁਦ ਲੱਭਣਾ ਸੀ। ਮੈਂ ਇੱਕ ਪੜ੍ਹਿਆ ਲਿਖਿਆ ਨੌਜਵਾਨ ਸੀ। ਮੇਰਾ ਪੂਰਾ ਹੱਕ ਬਣਦਾ ਸੀ ਕਿ ਮੈਂ ਆਪਣੇ ਪਿੰਡ ਦੇ ਸਰਦਾਰ ਨੂੰ ਸਵਾਲ ਕਰਾਂ, ਚਾਹੇ ਮੈਨੂੰ ਉਸ ਤੋਂ ਕੋਈ ਵੀ ਖਤਰਾ ਕਿਉਂ ਨਾ ਹੋਵੇ। ਉੱਥੋਂ ਨਿਕਲ ਕੇ ਮੈਂ ਨੇਹਾ ਨੂੰ ਨਾਲ ਲੈ ਕੇ ਵਾਪਸ ਪਿੰਡ ਆ ਗਿਆ। ਸਾਡੇ ਘਰ ਵਾਲੇ ਨੇਹਾ ਨੂੰ ਦੇਖ ਕੇ ਬਹੁਤ ਖੁਸ਼ ਸੀ, ਪਰ ਮੈਂ ਹਜੇ ਵੀ ਪਰੇਸ਼ਾਨ ਸੀ। ਕੁਝ ਦੇਰ ਆਰਾਮ ਕਰਨ ਤੋਂ ਬਾਅਦ ਮੈਂ ਸਰਦਾਰ ਦੀ ਹਵੇਲੀ ਦੇ ਵੱਲ ਨਿਕਲ ਪਿਆ ਜਿੱਥੇ ਸਰਦਾਰ ਪਿੰਡ ਵਾਲਿਆਂ ਦੇ ਮਸਲੇ ਸੁਣ ਰਿਹਾ ਸੀ। ਮੈਂ ਵੀ ਉਹਨਾਂ ਨੂੰ ਨਮਸਕਾਰ ਕੀਤਾ ਅਤੇ ਕਿਹਾ, ਸਰਦਾਰ ਮੇਰਾ ਵੀ ਇੱਕ ਜ਼ਰੂਰੀ ਮਸਲਾ ਹੈ। ਜੇਕਰ ਤੁਸੀਂ ਆਗਿਆ ਦਿਓ ਤਾਂ ਮੈਂ ਸਾਰਿਆਂ ਦੇ ਸਾਹਮਣੇ ਬਿਆਨ ਕਰਾਂ ਜਾਂ ਇਕੱਲਿਆਂ ਵਿੱਚ ਸੁਣਨਾ ਚਾਹੁੰਦੇ ਹੋ? ਸਰਦਾਰ ਨੇ ਮੇਰੀ ਗੱਲ 'ਤੇ ਸਿਰ ਹਿਲਾ ਕੇ ਕਿਹਾ, ਮੈਨੂੰ ਪਤਾ ਚੱਲਿਆ ਕਿ ਤੇਰੀ ਪਤਨੀ ਵੀ ਗਾਇਬ ਹੋ ਚੁੱਕੀ ਹੈ ਅਤੇ ਜੇਕਰ ਤੂੰ ਸਾਡੀ ਗੱਲ ਮੰਨ ਲੈਂਦਾ ਤਾਂ ਐਦਾਂ ਬਿਲਕੁਲ ਵੀ ਨਾ ਹੁੰਦਾ। ਉਹ ਜਾਣ-ਬੁੱਝ ਕੇ ਐਦਾਂ ਬੋਲਿਆ ਸੀ ਕਿ ਸਾਰੇ ਲੋਕ ਜਾਣ ਕਿ ਮੈਂ ਉਹਨਾਂ ਦੀ ਗੱਲ ਨਾ ਮੰਨ ਕੇ ਸਹੀ ਨਹੀਂ ਕੀਤਾ। ਮੈਂ ਕਿਹਾ, ਨਹੀਂ ਸਰਦਾਰ, ਉਹ ਗੱਲ ਨਹੀਂ ਹੈ। ਦਰਅਸਲ ਸੱਚਾਈ ਕੁਝ ਹੋਰ ਹੈ, ਕਿਉਂਕਿ ਮੈਂ ਆਪਣੀ ਪਤਨੀ ਨੂੰ ਛੁਡਵਾ ਲਿਆਇਆ ਹਾਂ ਤੇ ਜੋ ਲੋਕ ਫੜੇ ਗਏ ਨੇ ਉਹਨਾਂ ਨੇ ਨਾਮ ਵੀ ਦੱਸ ਦਿੱਤਾ ਹੈ ਕਿ ਉਹਨਾਂ ਨੇ ਕਿਸ ਦੇ ਕਹਿਣ 'ਤੇ ਇੱਦਾਂ ਕੀਤਾ ਸੀ। ਮੇਰੀ ਗੱਲ ਸੁਣ ਕੇ
ਸਰਦਾਰ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਉਹ ਆਪਣੇ ਮੱਥੇ ਤੇ ਪਸੀਨਾ ਸਾਫ਼ ਕਰਨ ਲੱਗ ਪਿਆ। ਉਹਨਾਂ ਨੇ ਉਦੋਂ ਹੀ ਮੈਨੂੰ ਆਪਣੇ ਨਾਲ ਅੰਦਰ ਚੱਲਣ ਨੂੰ ਕਿਹਾ ਅਤੇ ਜਲਦੀ ਅੰਦਰ ਵੱਲ ਨੂੰ ਤੁਰਨ ਲੱਗ ਪਏ। ਹੁਣ ਮੈਨੂੰ ਕਿਸੇ ਵੀ ਗੱਲ ਦਾ ਡਰ ਨਹੀਂ ਸੀ, ਕਿਉਂਕਿ ਮੈਨੂੰ ਰੱਬ ਤੇ ਪੂਰਾ ਵਿਸ਼ਵਾਸ ਸੀ। ਕੋਈ ਵੀ ਸਰਦਾਰ ਕਿਸੇ ਕੋਲੋਂ ਉਸਦੀ ਇੱਜ਼ਤ ਨਹੀਂ ਲੈ ਸਕਦਾ। ਅੰਦਰ ਜਾਂਦੇ ਹੀ ਸਰਦਾਰ ਮੇਰੇ ਉੱਪਰ ਚੀਕਣ ਲੱਗ ਪਿਆ ਕਿ ਕੀ ਸਾਬਤ ਕਰਨਾ ਚਾਹੁੰਦਾ ਸੀ ਤੂੰ? ਮੈਂ ਕਿਹਾ, ਮੈਂ ਤਾਂ ਅਜੇ ਤੁਹਾਨੂੰ ਕੁਝ ਦੱਸਿਆ ਹੀ ਨਹੀਂ, ਫਿਰ ਤੁਸੀਂ ਬਿਨਾਂ ਵਜ੍ਹਾ ਕਿਉਂ ਚਿਲਾਉਂਦੇ ਹੋ? ਫਿਰ ਉਸਨੇ ਖੁਦ ਨੂੰ ਕਾਬੂ ਵਿੱਚ ਕੀਤਾ, ਪਰ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਸਭ ਕਿਉਂ ਕੀਤਾ? ਅਸੀਂ ਤਾਂ ਤੁਹਾਨੂੰ ਆਪਣੇ ਪਿੰਡ ਦਾ ਰਕਸ਼ਕ ਸਮਝਦੇ ਸੀ ਤੇ ਤੁਸੀਂ ਸਾਡੀ ਹੀ ਇੱਜ਼ਤ ਤੇ ਡਾਕਾ ਪਾਉਣ ਦੀ ਕੋਸ਼ਿਸ਼ ਕੀਤੀ। ਆਪਣੇ ਵਿਆਹ ਵਾਲੇ ਦਿਨ ਜਦੋਂ ਮੈਂ ਤੁਹਾਡੇ ਆਦਮੀ ਨੂੰ ਆਪਣੇ ਆਸ-ਪਾਸ ਦੇਖਿਆ ਤਾਂ ਮੈਨੂੰ ਬਹੁਤ ਫਖਰ ਮਹਿਸੂਸ ਹੋਇਆ ਕਿ ਸਾਡੇ ਸਰਦਾਰ ਨੂੰ ਸਾਡੀ ਕਿੰਨੀ ਫਿਕਰ ਹੈ। ਪਰ ਇਹ ਮੇਰੀ ਭੁੱਲ ਸੀ। ਤੁਸੀਂ ਤਾਂ ਮੇਰੀ ਪਤਨੀ ਨੂੰ ਗਾਇਬ ਕਰਨ ਲਈ ਉਹਨਾਂ ਨੂੰ ਭੇਜਿਆ ਸੀ। ਆਖਿਰ ਕਿਉਂ? ਮੈਂ ਚੀਕਣ ਲੱਗ ਪਿਆ। ਸਰਦਾਰ, ਮੈਂ ਚਾਹੁੰਦਾ ਤਾਂ ਸਾਰਿਆਂ ਦੇ ਸਾਹਮਣੇ ਤੁਹਾਡਾ ਰਾਜ ਖੋਲ੍ਹ ਸਕਦਾ ਸੀ, ਤੁਹਾਨੂੰ ਬੇਇੱਜ਼ਤ ਕਰ ਸਕਦਾ ਸੀ। ਪੂਰੇ ਪਿੰਡ ਵਿੱਚ ਤੁਸੀਂ ਮੂੰਹ ਦਿਖਾਉਣ ਦੇ ਲਾਇਕ ਨਾ ਰਹਿੰਦੇ। ਪਰ ਮੈਂ ਤੁਹਾਡੇ ਕੋਲੋਂ ਸੱਚਾਈ ਜਾਣਨਾ ਚਾਹੁੰਦਾ ਹਾਂ ਕਿ ਤੁਸੀਂ ਐਦਾਂ ਕਿਉਂ ਕੀਤਾ। ਮੇਰੀ ਗੱਲ ਸੁਣ ਕੇ ਸਰਦਾਰ ਦੇ ਮੋਢੇ ਝੁਕ ਗਏ ਅਤੇ ਉਹ ਮੰਚੀ ਤੇ ਬੈਠ ਗਿਆ। ਤੂੰ ਸੱਚ ਬੋਲ ਰਿਹਾ ਏਂ, ਮੈਂ ਤੇਰਾ ਮੁਜਰਮ ਹਾਂ, ਪਰ ਮੈਂ ਇਹ ਸਭ ਆਪਣੀ ਇੱਜ਼ਤ ਬਚਾਉਣ ਦੇ ਲਈ ਕੀਤਾ। ਅੱਜ ਤੋਂ 15 ਸਾਲ ਪਹਿਲਾਂ ਮੈਂ ਆਪਣੀ ਪਸੰਦ ਨਾਲ ਬੜੀ ਧੂਮ-ਧਾਮ ਨਾਲ ਵਿਆਹ ਕਰਵਾਇਆ ਸੀ। ਮੇਰੇ ਵਿਆਹ ਵਾਲੇ ਦਿਨ ਕਿਤੋਂ ਕੋਈ ਫਕੀਰ ਆਇਆ ਜੋ ਅਜੀਬ ਜਿਹੇ ਹੁਲੀਏ ਵਿੱਚ ਸੀ। ਉਹਨੇ ਸਾਰਿਆਂ ਦੇ ਸਾਹਮਣੇ ਮੈਨੂੰ ਕਿਹਾ ਕਿ 2 ਵਿਆਹ ਕਰੋ, ਨਹੀਂ ਤਾਂ ਤੇਰੀ ਪਹਿਲੀ ਪਤਨੀ ਗਾਇਬ ਕਰ ਦੇਵਾਂਗਾ। ਇਹ ਕਹਿ ਕੇ ਉਹ ਜ਼ੋਰ-ਜ਼ੋਰ ਦੀ ਹੱਸਣ ਲੱਗ ਪਿਆ। ਸਾਰੇ ਲੋਕ ਉਸਦੀ ਗੱਲ ਨੂੰ ਮਜ਼ਾਕ ਸਮਝ ਕੇ ਹੱਸਣ ਲੱਗ ਪਏ। ਮੈਂ ਸ਼ਹਿਰ ਦੀ ਇੱਕ ਲੜਕੀ ਨਾਲ ਵਿਆਹ ਕਰ ਰਿਹਾ ਸੀ ਜੋ ਘਰੋਂ ਬਹੁਤ ਗਰੀਬ ਸੀ। ਸਾਰਿਆਂ ਨੇ ਮੈਨੂੰ ਬਹੁਤ ਮਨਾ ਕੀਤਾ ਕਿ ਸ਼ਹਿਰ ਦੀ ਲੜਕੀ ਇੱਥੇ ਨਹੀਂ ਰਹਿ ਸਕੇਗੀ, ਪਰ ਮੈਨੂੰ ਆਪਣੀ ਮੁਹੱਬਤ ਤੇ ਵਿਸ਼ਵਾਸ ਸੀ। ਮੈਂ ਵੀ ਤੇਰੇ ਵਾਂਗ ਨੌਜਵਾਨ ਸੀ, ਆਪਣੀ ਪਤਨੀ ਨੂੰ ਇੱਜ਼ਤ ਦੇਣਾ ਚਾਹੁੰਦਾ ਸੀ। ਪਰ ਉਹ ਵਿਆਹ ਵਾਲੀ ਰਾਤ ਹੀ ਘਰ ਤੋਂ ਸਾਰਾ ਪੈਸਾ ਤੇ ਗਹਿਣੇ ਸੋਨਾ ਲੈ ਕੇ ਭੱਜ ਗਈ। ਮੈਂ ਕਿਸੇ ਨੂੰ ਮੂੰਹ ਦਿਖਾਉਣ ਦੇ ਵੀ ਕਾਬਿਲ ਨਹੀਂ ਰਿਹਾ। ਫਿਰ ਮੈਂ ਸਾਰਿਆਂ ਨੂੰ ਉਸ ਫਕੀਰ ਵਾਲੀ ਗੱਲ ਦਾ ਬਹਾਨਾ ਬਣਾ ਦਿੱਤਾ ਕਿ ਮੈਂ 2 ਵਿਆਹ ਨਹੀਂ ਕੀਤੇ, ਜਿਸ ਕਰਕੇ ਮੇਰੀ ਪਤਨੀ ਗਾਇਬ ਹੋ ਗਈ। ਕੋਈ ਮੰਨਣ ਨੂੰ ਤਿਆਰ ਹੀ ਨਹੀਂ ਸੀ। ਪਰ ਅਗਲੇ ਮਹੀਨੇ ਜਦੋਂ ਇੱਕ ਲੜਕੇ ਦਾ ਵਿਆਹ ਹੋਇਆ ਤਾਂ ਮੈਂ ਉਸ ਨੂੰ ਵੀ 2 ਵਿਆਹ ਕਰਨ ਦਾ ਕਿਹਾ, ਪਰ ਉਹ ਮੰਨਿਆ ਨਾ। ਫਿਰ ਮਜਬੂਰਨ ਮੈਨੂੰ ਆਪਣੀ ਇੱਜ਼ਤ ਬਚਾਉਣ ਦੇ ਲਈ ਉਸ ਦੀ ਪਤਨੀ ਨੂੰ ਅਗਵਾ ਕਰਨਾ ਪਿਆ। ਫਿਰ ਚਾਰੇ ਪਾਸੇ ਇਹ ਗੱਲ ਫੈਲ ਗਈ ਕਿ ਮੇਰੀ ਪਤਨੀ ਭੱਜੀ ਨਹੀਂ ਸੀ। ਉਸ ਸਾਧੂ ਦੀ ਗੱਲ ਸੱਚ ਨਿਕਲੀ। ਉਦੋਂ ਤੋਂ ਹੀ ਇਹ ਸਿਲਸਿਲਾ ਐਦਾਂ ਹੀ ਚੱਲ ਰਿਹਾ ਹੈ, ਪਰ ਮੈਂ ਕਦੀ ਵੀ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਬਾਅਦ ਵਿੱਚ ਮੈਂ ਉਹਨਾਂ ਨੂੰ ਛੱਡ ਦਿੰਦਾ ਸੀ ਤੇ ਕਿਸੇ ਚੰਗੀ ਜਗ੍ਹਾ 'ਤੇ ਵਿਆਹ ਵੀ ਕਰਵਾ ਦਿੰਦਾ ਸੀ। ਪਰ ਜ਼ਿਆਦਾਤਰ ਐਦਾਂ ਦੀ ਨੌਬਤ ਆਉਂਦੀ ਨਹੀਂ ਸੀ, ਕਿਉਂਕਿ ਸਾਰੇ ਇਸ ਗੱਲ ਨੂੰ ਮੰਨਦੇ ਸੀ। ਸਰਦਾਰ ਦੀਆਂ ਗੱਲਾਂ ਸੁਣ ਕੇ ਮੈਂ ਸਦਮੇ ਵਿੱਚ ਆ ਗਿਆ ਕਿ ਕੋਈ ਇੰਨਾ ਘਟੀਆ ਕਿਵੇਂ ਹੋ ਸਕਦਾ ਹੈ। ਆਪਣਾ ਝੂਠ ਲੁਕਾਉਣ ਦੇ ਲਈ ਕੋਈ ਇੰਨਾ ਕਿੱਦਾਂ ਗਿਰ ਸਕਦਾ ਹੈ। ਫਿਰ ਸਰਦਾਰ ਨੇ ਸਾਰਿਆਂ ਦੇ ਸਾਹਮਣੇ ਆ ਕੇ ਖੁਦ ਹੀ ਆਪਣਾ ਜੁਰਮ ਕਬੂਲ ਕਰ ਲਿਆ ਅਤੇ ਦੂਜੇ ਹੀ ਦਿਨ ਖਬਰ ਮਿਲੀ ਕਿ ਸਰਦਾਰ ਨੇ ਖੁਦਕੁਸ਼ੀ ਕਰ ਲਈ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ। ਧੰਨਵਾਦ ਜੀ।